ਉਮਰ ਵਧਣ ਦੇ ਨਾਲ ਕਈ ਵਾਰੀ ਸਾਡੇ ਗੋਡੇ ਦੇ ਵਿੱਚ ਸਾਡਾ ਗੋਡਾ ਹੈ ਜੀ, ਉਹਦੇ ਵਿੱਚ ਕਾਰਟਲੇਜ ਹੁੰਦਾ ਆ। ਉਹ ਕਾਰਟਲੇਜ ਜਿਹੜਾ ਆ ਉਹ ਘਸਣਾ ਸ਼ੁਰੂ ਹੋ ਜਾਂਦਾ ਆ। ਜਦੋਂ ਇਹ ਕਾਰਟਲੇਜ ਘਸ ਜਾਂਦਾ ਆ ਤੇ ਗੋਡੇ ਜਿਹੜੇ ਆਪਸ ਭਿੜਨ ਲੱਗ ਪੈਂਦੇ ਨੇ। ਉਹ ਕਾਰਟਲੇਜ ਨਿਕਲ ਜਾਂਦਾ ਜਦੋਂ ਗੋਡੇ ਆਪਸ ਭਿੜਨ ਲੱਗ ਪੈਂਦੇ ਨੇ, ਫਿਰ ਕਈ ਵਾਰੀ ਇਹਨਾਂ ਵਿੱਚੋਂ ਕਰੈਪੀਟੇਸ਼ਨ ਜਾਂ ਕਚਰ ਕਚਰ ਦੀ ਆਵਾਜ਼ ਆਉਣ ਲੱਗ ਪੈਂਦੀ ਹੈ ਜਾਂ ਦਰਦ ਸ਼ੁਰੂ ਹੋ ਜਾਂਦੀ ਹੈ। ਪਰ ਜਦੋਂ ਗੋਡਾ ਜਿਹੜਾ ਕਾਰਟਲੇਜ ਬਹੁਤ ਜ਼ਿਆਦਾ ਘਸ ਜਾਂਦਾ ਆ, ਤੁਹਾਡੀ ਉਮਰ ਵੀ ਕਾਫੀ ਹੋ ਜਾਂਦੀ ਆ, ਤੁਸੀਂ ਪੇਸ਼ੈਂਟ ਲੰਘ ਮਾਰਨ ਲੱਗ ਪੈਂਦਾ। ਜਦੋਂ ਤੁਸੀਂ ਅਕਸਰ ਦੇਖਣਾ ਕਈ ਪੇਸ਼ੈਂਟ ਡਕ ਵੈਡਲਿੰਗ ਗੇਟ 'ਤੇ ਚੱਲਣ ਲੱਗ ਪੈਂਦੇ। ਜਦੋਂ ਲੰਘ ਵੱਜਣ ਲੱਗ ਪਵੇ, ਜਦੋਂ ਦਰਦ ਬਿਲਕੁਲ ਨਾ ਠੀਕ ਹੋਵੇ, ਸਾਰਾ ਦਿਨ ਹੁੰਦੀ ਰਹੇ, ਫਿਰ ਸਾਨੂੰ ਸਰਜਰੀ ਦੀ ਲੋੜ ਹੁੰਦੀ ਆ। ਉਹਦੇ ਵਿੱਚ ਅਸੀਂ ਗੋਡੇ ਰਿਪਲੇਸਮੈਂਟ ਦੀ ਸਲਾਹ ਦੇ ਦਿੱਤੀ ਮਰੀਜ਼ ਨੂੰ। ਕਿਸੇ ਵੀ ਅੱਛੇ ਔਰਥੋਪੈਡਿਕ ਸਰਜਨ ਤੋਂ ਤੁਸੀਂ ਆਪਣੇ ਗੋਡੇ ਰਿਪਲੇਸ ਕਰਵਾ ਸਕਦੇ ਆ। ਠੀਕ ਹੈ, ਜਿੱਦਾਂ ਆਹ ਆਪਣਾ ਮੋਢਾ ਆ, ਆਹ ਮੋਢੇ ਦੇ ਜੋੜ ਦੇ ਵਿੱਚ ਜਾਂ ਆਹ ਤੁਹਾਡਾ ਸਕੈਪੂਲਾ ਆ, ਪਿਛਲਾ ਜਿਹੜਾ ਫਰਾ ਹੁੰਦਾ ਆ, ਇਹ ਸਪਾਈਨ ਦੇ ਨਾਲ ਇੱਦਾਂ ਲੱਗਾ, ਇੱਦਾਂ ਜੁਆਇੰਟ ਹੁੰਦਾ, ਇੱਦਾਂ ਹੁੰਦਾ ਹੈ। ਠੀਕ ਹੈ, ਇਹ ਸਕੈਪੂਲੋਥਰੈਸਿਕ ਜੁਆਇੰਟ ਹੁੰਦਾ ਹੈ ਆਪਣਾ। ਠੀਕ ਹੈ, ਜਾਂ ਇਹਦੇ ਵਿੱਚ ਜਾਂ ਇਸ ਜੋੜ ਦੇ ਵਿੱਚ ਇਕੱਠਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਆ, ਅਤੇ ਉਹਦੇ ਕਰਕੇ ਜਿਹੜੀ ਮੋਢੇ ਦੀ ਮੂਵਮੈਂਟ ਆ ਉਹ ਘੱਟ ਜਾਂਦੀ ਆ। ਅਤੇ ਇਹਦੇ ਵਿੱਚ ਫਿਜ਼ੀਓਥੈਰੇਪੀ ਦਾ ਬਹੁਤ ਹੀ ਵੱਡਾ ਰੋਲ ਆ ਕਿ ਆਪਾਂ ਕਿੱਦਾਂ ਇਸ ਐਡੀਸ਼ਨਸ ਨੂੰ, ਠੀਕ ਹੈ, ਟਰੀਟ ਕਰਨਾ, ਉਹਨੂੰ ਬ੍ਰੇਕਡਾਊਨ ਕਰਨਾ, ਜੋ ਮੋਢੇ ਦੀ ਜਿਹੜੀ ਮੂਵਮੈਂਟ ਆ ਉਹਨੂੰ ਮੋਬਿਲਾਈਜ਼ ਕਰਨਾ, ਉਹਨੂੰ ਗਲਾਈਡਸ ਦੇ ਕੇ ਉਹਦਾ ਪ੍ਰੋਪਰ ਟਰੀਟਮੈਂਟ ਕਰਕੇ ਫਿਜ਼ੀਓਥੈਰੇਪੀ ਰਾਹੀਂ ਅਸੀਂ ਜਿਹੜਾ ਫਰੋਜ਼ਨ ਸ਼ੋਲਡਰ ਆ ਉਹਨੂੰ ਟਰੀਟ ਕੀਤਾ ਜਾਂਦਾ ਹੈ। ਜਿੱਦਣ ਆਪਰੇਸ਼ਨ ਹੋ ਗਿਆ ਪੇਸ਼ੈਂਟ ਦਾ, ਉਸ ਤੋਂ ਵੈਰੀ ਫਸਟ ਡੇ ਜਾਂ ਸੈਕਿੰਡ ਡੇ ਅਸੀਂ ਪੇਸ਼ੈਂਟ ਨੂੰ ਖੜਾ ਕਰ ਦਈਦਾ। ਠੀਕ ਹੈ, ਪਹਿਲੇ 9 ਦਿਨ ਉਹਦੇ ਸੂਚਸ ਲੱਗੇ ਹੁੰਦੇ ਆ, ਆਪਾਂ ਜਿਹੜੀ ਗੋਡੇ ਦੀ ਮੂਵਮੈਂਟ ਥੋੜ੍ਹੀ ਘੱਟ ਕਰਵਾਈ ਦੀ ਆ। ਜਦੋਂ ਸੂਚਸ ਰਿਮੂਵ ਹੋ ਜਾਂਦੇ ਉਸ ਤੋਂ ਬਾਅਦ ਆਪਾਂ ਗੋਡੇ ਦੀ ਪੂਰੀ ਮੂਵਮੈਂਟ ਦੇਣੀ ਸ਼ੁਰੂ ਕਰ ਦਿੰਦੇ ਹਾਂ। ਅਤੇ 15 ਦਿਨ ਬਾਅਦ ਹੀ ਅਸੀਂ ਮਰੀਜ਼ ਨੂੰ ਪੌੜੀਆਂ ਚੜ੍ਹਾਉਣਾ ਸਿਖਾ ਦੇ ਦੀਆਂ ਨੇ ਕਿ ਪੌੜੀਆਂ ਕਿੱਦਾਂ ਚੜ੍ਹਨੀਆਂ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਵੇਖ ਰਹੇ ਹੋ RPD 24 ਤੇ ਮੈਂ ਹਾਂ ਨੀਤੂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਡਾਕਟਰੀ ਸਲਾਹ। ਤੇ ਅੱਜ ਅਸੀਂ ਪਹੁੰਚੇ ਹਾਂ ਜੀ ਉਸ ਜਗ੍ਹਾ ਦੇ ਉੱਤੇ ਜਿੱਥੇ ਹੈ ਜੀ ਫਿਜ਼ੀਓਥੈਰੇਪਿਸਟ ਜਿਹਦਾ ਗੜ੍ਹ ਕਹਿ ਸਕਦੇ ਹਾਂ। ਔਰ ਅੱਜ ਅਸੀਂ ਪਹੁੰਚੇ ਹਾਂ ਆਦਮਪੁਰ ਦੇ ਵਿੱਚ ਦ ਮਾਸਟਰ ਫਿਜ਼ੀਓਥੈਰੇਪੀ ਕਲੀਨਿਕ ਦੇ ਵਿੱਚ। ਔਰ ਇੱਥੇ ਨੇ ਜੀ ਡਾਕਟਰ ਰਜਿੰਦਰਪਾਲ ਜੀ, ਜਿਹੜੇ ਫਿਜ਼ੀਓਥੈਰੇਪੀ ਦੇ ਨਾਲ ਕਈ ਤਰ੍ਹਾਂ ਦੇ ਇਲਾਜ ਜਿਹੜੇ ਨੇ ਉਹ ਠੀਕ ਕਰਦੇ ਨੇ। ਸੋ ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਨੂੰ ਵੈਲਕਮ ਕਹਿੰਦੇ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਹਾਂਜੀ, RPD ਚੈਨਲ ਦਾ ਮੈਂ ਬਹੁਤ ਧੰਨਵਾਦ ਹਾਂ ਜੀ। ਥੈਂਕ ਯੂ ਜੀ। ਸੋ ਡਾਕਟਰ ਸਾਹਿਬ, ਅਸੀਂ ਗੱਲ ਕਰਦੇ ਹਾਂ ਜਦੋਂ ਗੋਡੇ ਦੀ। ਅਕਸਰ ਦੇਖਦੇ ਹਾਂ ਕਿ ਗੋਡੇ ਜਿਹੜੇ ਨੇ ਨਾ ਉਹ ਦਰਦ, ਜਦੋਂ ਅਸੀਂ ਕੋਈ ਐਕਸਰਸਾਈਜ਼ ਕਰਦੇ ਹਾਂ ਉਦੋਂ ਵੀ ਗੋਡੇ ਦਰਦ ਕਰਨ ਲੱਗ ਪੈਂਦੇ ਨੇ, ਜਾਂ ਆਮ ਉਮਰ ਵੱਧ ਜਾਂਦੀ ਹੈ ਉਦੋਂ ਵੀ ਗੋਡੇ ਦਰਦ ਕਰਨ ਲੱਗ ਪੈਂਦੇ ਨੇ। ਕਈ ਵਾਰ ਤਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਲੋਕ ਜਿਮ ਜਾਂਦੇ ਨੇ ਉਹਨਾਂ ਦੇ ਵੀ ਗੋਡੇ ਦੁਖਣ ਲੱਗ ਪੈਂਦੇ ਨੇ। ਕੀ ਕਾਰਨ ਹੈ ਇਸ ਦੁਖਣ ਦਾ? ਗੋਡੇ ਦੇ ਵਿੱਚ ਦਰਦ ਹੋਣ ਦੇ ਬਹੁਤ ਸਾਰੇ ਕਾਰਨ ਨੇ ਜੀ। ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾ ਰੀਜ਼ਨ ਹੈਗਾ ਜੀ ਡੀਜਨਰੇਸ਼ਨ। ਜਦੋਂ ਸਾਡੀ ਉਮਰ ਵੱਧਦੀ ਆ, ਆਪਣੇ ਜਿਹੜੇ ਬੋਨਸ ਆ, ਹੱਡੀਆਂ ਅਤੇ ਆਪਣੀ ਮਾਸਪੇਸ਼ੀਆਂ ਜਿਹੜੀਆਂ ਉਹ ਵੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ। ਉਮਰ ਵਧਣ ਦੇ ਨਾਲ ਕਈ ਵਾਰੀ ਸਾਡੇ ਗੋਡੇ ਦੇ ਵਿੱਚ, ਸਾਡਾ ਗੋਡਾ ਹੈ ਜੀ, ਉਹਦੇ ਵਿੱਚ ਕਾਰਟਲੇਜ ਹੁੰਦਾ ਆ। ਉਹ ਕਾਰਟਲੇਜ ਜਿਹੜਾ ਆ ਉਹ ਘਸਣਾ ਸ਼ੁਰੂ ਹੋ ਜਾਂਦਾ ਆ। ਜਦੋਂ ਇਹ ਕਾਰਟਲੇਜ ਘਸ ਜਾਂਦਾ ਆ ਅਤੇ ਗੋਡੇ ਜਿਹੜੇ ਆਪਸ ਭਿੜਨ ਲੱਗ ਪੈਂਦੇ ਨੇ। ਉਹ ਕਾਰਟਲੇਜ ਨਿਕਲ ਜਾਂਦਾ ਜਦੋਂ ਗੋਡੇ ਆਪਸ ਭਿੜਨ ਲੱਗ ਪੈਂਦੇ ਨੇ, ਫਿਰ ਕਈ ਵਾਰੀ ਇਹਨਾਂ ਵਿੱਚੋਂ ਕਰੈਪੀਟੇਸ਼ਨ ਜਾਂ ਕਚਰ ਕਚਰ ਦੀ ਆਵਾਜ਼ ਆਉਣ ਲੱਗ ਪੈਂਦੀ ਹੈ ਜਾਂ ਦਰਦ ਸ਼ੁਰੂ ਹੋ ਜਾਂਦੀ ਹੈ। ਇੱਕ ਤਾਂ ਆਹ ਰੀਜ਼ਨ ਹੁੰਦਾ ਆ। ਕਈ ਵਾਰੀ ਕਿਸੇ ਵੀ ਰੀਜ਼ਨ ਕਰਕੇ ਤੁਹਾਡੇ ਜਿਹੜੇ ਮਸਲਸ ਹੈਗੇ ਗੋਡੇ ਦੇ ਉਹ ਵੀਕ ਹੋ ਜਾਣ, ਉਹਦੇ ਕਰਕੇ ਵੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ। ਉਹ ਮਸਲ ਵੀਕ ਹੋਣ ਦੇ ਕਈ ਸਾਰੇ ਰੀਜ਼ਨ ਹੋ ਸਕਦੇ ਆ। ਇੱਕ ਤਾਂ ਉਮਰ ਦਾ ਵਧਣਾ ਹੋ ਸਕਦਾ ਆ, ਜਾਂ ਅਸੀਂ ਆਪਣੇ ਗੋਡਿਆਂ ਤੋਂ ਐਕਸਰਸਾਈਜ਼ ਜਾਂ ਕੰਮ ਬਿਲਕੁਲ ਨਹੀਂ ਲੈਂਦੇ, ਉਹਦੇ ਕਰਕੇ ਮਸਲਸ ਵੀਕ ਹੋ ਗਏ ਆ। ਇੱਕ ਇਹ ਵੀ ਰੀਜ਼ਨ ਹੋ ਸਕਦਾ, ਜਾਂ ਕਿਸੇ ਵੀ ਇੰਜਰੀ ਕਰਕੇ ਜਾਂ ਐਕਸੀਡੈਂਟ ਦੇ ਵਿੱਚ ਤੁਹਾਡੇ ਗੋਡੇ 'ਤੇ ਸੱਟ ਲੱਗ ਗਈ ਜਾਂ ਅੰਦਰ ਇਨਫਲਾਮੇਸ਼ਨ ਹੋ ਗਈ, ਇੱਕ ਉਹ ਵੀ ਰੀਜ਼ਨ ਹੋ ਸਕਦਾ ਆ। ਅਲੱਗ ਅਲੱਗ ਏਜ ਦੇ ਵਿੱਚ ਆ ਕੇ ਅਲੱਗ ਅਲੱਗ ਰੀਜ਼ਨ ਹੋ ਸਕਦੇ ਆ। ਅੱਜ ਕੱਲ੍ਹ ਆਪਾਂ ਦੇਖਿਆ ਬੱਚਿਆਂ 'ਚ ਵੀ ਕਈ ਵਾਰੀ ਗੋਡਿਆਂ 'ਚ ਦਰਦ ਹੋਣ ਲੱਗ ਪੈਂਦੀ ਆ। ਉਹਨਾਂ ਵਿੱਚ ਵਿਟਾਮਿਨ D ਦੀ ਜਾਂ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਕਾਰਨ ਵੀ ਹੋ ਸਕਦੀ ਆ, ਜਾਂ ਬਿਲਕੁਲ ਉਹ ਆਊਟਡੋਰ ਐਕਟੀਵਿਟੀਜ਼ ਨਹੀਂ ਕਰਦੇ, ਉਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਜੀ। ਅੱਛਾ, ਤੁਸੀਂ ਕਾਰਟਲੇਜ ਦੀ ਗੱਲ ਕੀਤੀ ਹੈ, ਔਰ ਅਸੀਂ ਅਕਸਰ ਸੁਣਦੇ ਹਾਂ ਲੋਕਾਂ ਦੇ ਕੋਲੋਂ ਵੀ ਸਾਡੇ ਗੋਡਿਆਂ ਦੀ ਗਰੀਸ ਮੁੱਕ ਗਈ। ਉਹਦਾ ਇੱਕ ਕੀ ਕਾਰਨ ਹੁੰਦਾ? ਉਹਨੂੰ ਅਸੀਂ ਕਿਸ ਤਰੀਕੇ ਨਾਲ ਲੈ ਸਕਦੇ ਹਾਂ ਇਸ ਚੀਜ਼ ਨੂੰ ਕਿ ਗੋਡਿਆਂ ਦੀ ਗਰੀਸ ਮੁੱਕ ਗਈ ਹੈ ਨਾ? ਇਹ ਗੱਲ ਕਿਹਦੇ ਨਾਲ ਜੁੜੀ ਹੋਈ ਹੈ? ਉਹ ਆਪਣੇ ਗੋਡਿਆਂ ਦੇ ਵਿੱਚ ਜਿਹੜਾ ਆਪਣਾ ਜੁਆਇੰਟ ਹੁੰਦਾ ਆ, ਉਹਦੇ ਜਿਹੜੀ ਕੈਵਿਟੀ ਹੁੰਦੀ ਉਹਦੇ ਵਿੱਚ ਇੱਕ ਫਲੂਇਡ ਹੁੰਦਾ, ਜਿਹਨੂੰ ਸਾਈਨੋਵਲ ਫਲੂਇਡ ਕਹਿੰਦੇ ਆ। ਉਹ ਕਈ ਵਾਰੀ ਉਮਰ ਦੇ ਵਧਣ ਦੇ ਨਾਲ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਆ, ਅਤੇ ਉਹਨੂੰ ਆਪਾਂ ਕਹਿੰਦੇ ਗਰੀਸ ਖਤਮ ਹੋ ਗਈ। ਜਦੋਂ ਇੱਕ ਵਾਰੀ ਕਾਰਟਲੇਜ ਘਸ ਗਿਆ ਬੋਡੀ 'ਚੋਂ, ਉਹ ਦੁਬਾਰਾ ਨਹੀਂ ਬਣਦਾ ਹੁੰਦਾ। ਇਸ ਕਰਕੇ ਉਹ ਜਿਹੜੇ ਆਲੇ ਦੁਆਲੇ ਮਸਲਸ ਆ ਵੀਕ ਹੋ ਗਏ ਹੁੰਦੇ ਆ,
ਉਹ ਕਾਰਟਲੇਜ ਦਾ ਦੁਆਰਾ ਨਹੀਂ ਬਣਨਾ ਹੁੰਦਾ, ਪਰ ਅਸੀਂ ਫਿਜ਼ੀਓਥੈਰੇਪੀ ਦੇ ਰਾਹੀਂ ਉਹ ਜਿਹੜੇ ਆਲੇ ਦੁਆਲੇ ਦੇ ਮਸਲਸ ਆ ਉਹਨੂੰ ਆਪਾਂ ਸਟਰੈਂਥਨ ਕਰ ਸਕਦੇ ਹਾਂ ਕਿ ਜਿਹੜੇ ਗੋਡੇ ਤੁਹਾਡੇ ਮਜ਼ਬੂਤ ਰਹਿਣ। ਜੀ ਤੁਸੀਂ ਡਾਕਟਰ ਸਾਹਿਬ ਹੁਣੇ ਦੱਸਿਆ ਕਿ ਗੋਡੇ ਜਿਹੜੇ ਸਿਰਫ ਇਹ ਨਹੀਂ ਕਿ ਪਹਿਲਾਂ ਤਾਂ ਜਿਵੇਂ ਵੱਡੀ ਉਮਰ ਦੇ ਵਿੱਚ ਜਾ ਕੇ ਗੋਡੇ ਦੁਖਦੇ ਹੁੰਦੇ ਸੀ, ਹੁਣ ਹਰ ਉਮਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਿਸੇ ਨਾ ਕਿਸੇ ਚੀਜ਼ ਦੀ ਕਮੀ ਦੇ ਕਰਕੇ ਗੋਡੇ ਜਿਹੜੇ ਨੇ ਉਹ ਦੁਖਣ ਲੱਗ ਪੈਂਦੇ ਨੇ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹਰ ਗੋਡੇ ਦਾ ਦਰਦ ਜਿਹੜਾ ਜਦੋਂ ਹੁੰਦਾ, ਕਿ ਉਹਦੇ ਵਾਸਤੇ ਸਾਨੂੰ ਗੋਡਾ ਬਦਲਾਉਣ ਦੀ ਲੋੜ ਪੈਂਦੀ ਹੈ? ਜੇ ਤਾਂ ਇਨੀਸ਼ੀਅਲ ਸਟੇਜ ਦੇ ਵਿੱਚ ਆਪਾਂ ਉਸ ਦਰਦ ਨੂੰ ਫੜ ਲਈਏ ਤੇ ਉਹਦੇ ਵਿੱਚ ਆਪਾਂ ਫਿਜ਼ੀਓਥੈਰੇਪੀ ਦੇ ਨਾਲ ਜਾਂ ਕੁਝ ਸਪਲੀਮੈਂਟਸ ਦੇ ਨਾਲ, ਐਕਸਰਸਾਈਜ਼ ਦੇ ਨਾਲ ਉਹ ਦਰਦ ਤੋਂ ਨਿਜਾਤ ਪਾ ਸਕਦੇ ਹਾਂ। ਪਰ ਜਦੋਂ ਗੋਡਾ ਜਿਹੜਾ ਕਾਰਟਲੇਜ ਬਹੁਤ ਜ਼ਿਆਦਾ ਘਸ ਜਾਂਦਾ ਆ, ਤੁਹਾਡੀ ਉਮਰ ਵੀ ਕਾਫੀ ਹੋ ਜਾਂਦੀ ਆ, ਤੁਸੀਂ ਪੇਸ਼ੈਂਟ ਲੰਘ ਮਾਰਨ ਲੱਗ ਪੈਂਦਾ, ਜਦੋਂ ਤੁਸੀਂ ਅਕਸਰ ਦੇਖਣਾ ਕਈ ਪੇਸ਼ੈਂਟ ਡਕ ਵੈਡਲਿੰਗ ਗੇਟ ਦੇ ਤਾਂ ਚੱਲਣ ਲੱਗ ਪੈਂਦੇ, ਜਦੋਂ ਲੰਘ ਵੱਜਣ ਲੱਗ ਪਵੇ, ਜਦੋਂ ਦਰਦ ਬਿਲਕੁਲ ਨਾ ਠੀਕ ਹੋਵੇ, ਸਾਰਾ ਦਿਨ ਹੁੰਦੀ ਰਹੇ, ਫਿਰ ਸਾਨੂੰ ਸਰਜਰੀ ਦੀ ਲੋੜ ਹੁੰਦੀ ਆ। ਉਹਦੇ ਵਿੱਚ ਅਸੀਂ ਗੋਡੇ ਰਿਪਲੇਸਮੈਂਟ ਦੀ ਸਲਾਹ ਦੇਈਦੀ ਮਰੀਜ਼ ਨੂੰ, ਕਿਸੇ ਵੀ ਅੱਛੇ ਆਰਥੋਪੈਡਿਕ ਸਰਜਨ ਤੋਂ ਤੁਸੀਂ ਆਪਣੇ ਗੋਡੇ ਰਿਪਲੇਸ ਕਰਵਾ ਸਕਦੇ ਆ। ਪਰ ਜੇ ਤੁਹਾਡੀ ਦਰਦ ਬਹੁਤ ਜ਼ਿਆਦਾ ਨਹੀਂ ਹੈ, ਤੁਹਾਡੀ ਉਮਰ ਵੀ ਬਹੁਤ ਜ਼ਿਆਦਾ ਨਹੀਂ ਹੈ, ਜਿਹੜੇ ਮਸਲ ਦੇ ਵਿੱਚ ਕਾਰਟਲੇਜ ਬਹੁਤ ਜ਼ਿਆਦਾ ਨਹੀਂ ਘਸਿਆ, ਜਾਂ ਕਿਸੇ ਮਸਲ ਦੀ ਵੀਕਨੈਸ ਕਰਕੇ ਦਰਦ ਹੁੰਦੀ ਆ, ਉਹਦੇ ਵਿੱਚ ਫਿਜ਼ੀਓਥੈਰੇਪੀ ਕਰਾਓ। ਫਿਜ਼ੀਓਥੈਰੇਪਿਸਟ ਤੁਹਾਡੇ ਮਸਲ ਨੂੰ ਸਟਰੈਂਥਨ ਕਰਦੇ ਆ, ਉਸ ਆਲੇ ਦੁਆਲੇ ਦੇ ਜਿਹੜੇ ਜੁਆਇੰਟ ਨੂੰ ਰਿਲੈਕਸ ਕਰਦੇ ਆ, ਤੁਹਾਡੀ ਪੇਨ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਆ। ਪਰ ਜਦੋਂ ਆਪਾਂ ਸਰਜਰੀ ਕਰਵਾ ਲਈਦੀ ਆ, ਕਿਸੇ 'ਚ ਜਾ ਕੇ ਸਾਡੇ ਗੋਡੇ ਬਿਲਕੁਲ ਹੀ ਜਵਾਬ ਦੇ ਗਏ ਤੇ ਆਪਾਂ ਸਰਜਨ ਕੋ ਗਏ, ਸਰਜਰੀ ਹੋ ਗਈ, ਸਰਜਰੀ ਤੋਂ ਬਾਅਦ ਵੀ ਘੱਟੋ ਘੱਟ 1 ਮਹੀਨਾ ਫਿਜ਼ੀਓਥੈਰੇਪੀ ਬਹੁਤ ਜ਼ਰੂਰੀ ਆ, ਕਿਉਂਕਿ ਫਿਜ਼ੀਓਥੈਰੇਪਿਸਟ ਨੇ ਡਿਸਾਈਡ ਕਰਨਾ ਹੁੰਦਾ ਆ ਕਿ ਤੁਹਾਡੇ ਗੋਡੇ ਨੂੰ ਆਪਾਂ ਕਿੰਨੀ ਰੇਂਜ ਦੇਣੀ ਆ, ਕਿੰਨੀ ਮੂਵਮੈਂਟ ਦੇਣੀ ਆ, ਕਿੰਨਾ ਮੋੜਨਾ ਆ, ਕਿੰਨਾ ਭਾਰ ਪਾਉਣਾ ਆ। ਜੇ ਤੁਸੀਂ ਇੱਕ ਫਿਜ਼ੀਓਥੈਰੇਪਿਸਟ ਦੇ ਕਹੇ ਤੇ ਉਹ ਐਕਸਰਸਾਈਜ਼ ਕਰੋਗੇ, ਠੀਕ ਆ, ਉਹ ਤੁਹਾਨੂੰ ਫਿਰ ਐਕਸਰਸਾਈਜ਼ ਕਰਵਾਓਗੇ, ਉਹ ਰੇਂਜ ਲੈ ਕੇ ਆਓਗੇ, ਕਦੋਂ ਪੌੜੀਆਂ ਚੜਾਉਣੀਆਂ, ਫਿਰ ਤੁਹਾਡੇ ਜਿਹੜੇ ਗੋਡੇ ਆ ਉਹ ਕਾਫੀ ਲੰਬੇ ਸਮੇਂ ਤੱਕ ਚੱਲਣਗੇ ਤੇ ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਊਗੀ। ਆਪਰੇਸ਼ਨ ਤੋਂ ਪਹਿਲਾਂ ਵੀ ਤੇ ਆਪਰੇਸ਼ਨ ਤੋਂ ਬਾਅਦ ਵੀ ਫਿਜ਼ੀਓਥੈਰੇਪੀ ਦੀ ਉਨੀ ਹੀ ਜ਼ਿਆਦਾ ਜ਼ਰੂਰਤ ਹੈ ਜੀ। ਡਾਕਟਰ ਸਾਹਿਬ, ਕਿ ਹਰੇਕ ਜਿਹੜੀ ਦਰਦ ਆ, ਖਾਸ ਤੌਰ 'ਤੇ ਅਸੀਂ ਜਦੋਂ ਗੋਡਿਆਂ ਦੀ ਦਰਦ ਦੀ ਗੱਲ ਕਰਦੇ ਹਾਂ, ਉਹਨੂੰ ਅਸੀਂ ਫਿਜ਼ੀਓਥੈਰੇਪੀ ਦੇ ਨਾਲ ਠੀਕ ਕਰ ਸਕਦੇ ਹਾਂ? ਆਮ ਤੌਰ 'ਤੇ ਤਾਂ ਜਿੰਨੀਆਂ ਵੀ ਗੋਡਿਆਂ ਦੀਆਂ ਦਰਦ ਤਕਲੀਫਸ ਹੈਗੀਆਂ ਆ, ਉਹਨਾਂ ਨੂੰ ਆਪਾਂ ਫਿਜ਼ੀਓਥੈਰੇਪੀ ਦੇ ਨਾਲ ਠੀਕ ਕਰ ਸਕਦੇ ਹਾਂ। ਪਰ ਜੇ ਉਹਦੇ ਵਿੱਚ ਕੋਈ ਇਨਫਲਾਮੇਸ਼ਨ ਆ, ਜਾਂ ਕੋਈ ਬਹੁਤ ਜ਼ਿਆਦਾ ਸਵੈਲਿੰਗ ਆ ਕਿਸੇ ਰੀਜ਼ਨ ਕਰਕੇ, ਜਾਂ ਅੰਦਰ ਕੋਈ ਕੋਈ ਟਿਊਮਰ ਆ, ਜਾਂ ਕੋਈ ਹੋਰ ਪ੍ਰੋਬਲਮ ਆ, ਜਾਂ TB ਵਗੈਰਾ ਆ, ਇਹ ਫਿਜ਼ੀਓਥੈਰੇਪੀ ਦੇ ਨਾਲ ਠੀਕ ਨਹੀਂ ਹੋ ਸਕਦੀ। ਟਿਊਮਰ ਹੈ ਜਾਂ TB ਆ, ਇੱਕ ਆਰਥੋਪੈਡਿਕ ਸਰਜਨ ਦੇ ਨਾਲ ਕੰਸਲਟ ਕਰਕੇ ਉਹਦੀ ਦਵਾਈ ਲਈ ਜਾਵੇ। ਤੇ ਜੇ ਤੁਹਾਨੂੰ ਟਿਊਮਰ ਜਾਂ TB ਜਾਂ ਕੋਈ ਇੱਦਾਂ ਦੀ ਇੰਟਰਨਲ ਪ੍ਰੋਬਲਮ ਨਹੀਂ ਹੈਗੀ, ਕੋਈ ਪੈਥੋਲੋਜੀਕਲ ਡਿਜ਼ੀਜ਼ ਨਹੀਂ ਹੈਗੀ, ਉਹ ਸਾਰੀਆਂ ਬਿਮਾਰੀਆਂ ਜਿਹੜੀਆਂ ਫਿਜ਼ੀਓਥੈਰੇਪੀ ਨਾਲ ਠੀਕ ਹੋ ਸਕਦੀਆਂ ਜੀ। ਅੱਛਾ, ਇਹ ਜਿਹੜੇ 2 ਪੁਆਇੰਟ ਨੇ ਸਾਡੇ ਸਰੀਰ ਦੇ, ਕਹਿੰਦੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ, ਬੜੇ ਮਹੱਤਵਪੂਰਨ ਨੇ। ਇੱਕ ਸਾਡਾ ਗੋਡਾ ਤੇ ਦੂਜਾ ਸਾਡਾ ਮੋਢਾ। ਤੇ ਅਸੀਂ ਦੇਖਦੇ ਹਾਂ ਕਿ ਸਾਡਾ ਫਰੋਜ਼ਨ ਸ਼ੋਲਡਰ ਇੱਕ ਸ਼ਬਦ ਅਸੀਂ ਇਸਤੇਮਾਲ ਕਰਦੇ ਹਾਂ ਅਕਸਰ, ਫਿਜ਼ੀਓਥੈਰੇਪੀ ਦੇ ਵਿੱਚ ਵੀ ਆਮ ਵੀ ਲੋਕ ਇਸ ਚੀਜ਼ ਦਾ ਇਸਤੇਮਾਲ ਕਰਦੇ ਨੇ। ਫਰੋਜ਼ਨ ਸ਼ੋਲਡਰ ਕੀ ਚੀਜ਼ ਹੈ? ਫਰੋਜ਼ਨ ਸ਼ੋਲਡਰ ਦਾ ਮਤਲਬ ਕਿ ਕਿਸੇ ਆਪਣੇ ਮੋਢੇ ਦਾ ਜਾਮ ਹੋ ਜਾਣਾ, ਫਰੀਜ਼ ਹੋ ਜਾਣਾ। ਹੁਣ ਜਿਹੜਾ ਮੋਢਾ ਜਾਮ ਹੋਣਾ ਆ, ਇਹ ਕਿਸੇ ਵੀ ਰੀਜ਼ਨ ਕਰਕੇ ਹੋ ਸਕਦਾ ਆ। ਪਹਿਲਾ ਰੀਜ਼ਨ ਹੈਗਾ ਆ ਆਪਣਾ ਕਿਤੇ ਰੋਡ ਟ੍ਰੈਫਿਕ ਐਕਸੀਡੈਂਟ ਹੋ ਗਿਆ, ਆਪਾਂ ਗਿਰ ਗਏ, ਸੱਟ ਲੱਗ ਗਈ ਮੋਢੇ 'ਤੇ, ਜਾਂ ਤੁਹਾਡੇ ਕਿਸੇ ਵੀ ਅਪਰ ਬੋਡੀ 'ਤੇ ਸੱਟ ਲੱਗ ਗਈ, ਉਹਦੇ ਕਰਕੇ ਜਿਹੜਾ ਆਪਾਂ ਮੋਢਾ ਹਿਲਾਇਆ ਨਹੀਂ, ਉਹਨੂੰ ਸਲਿੰਗ ਬਣ ਕੇ ਰੱਖੀ, ਇਮੋਬਲਾਈਜ਼ ਰਿਹਾ। ਉਹ ਜਦੋਂ ਆਪਾਂ ਇਮੋਬਲਾਈਜੇਸ਼ਨ ਤੋਂ ਖੋਲ੍ਹੀ, 1.5 ਮਹੀਨੇ ਬਾਅਦ ਮੋਢਾ ਚੱਕਣ ਦੀ ਕੋਸ਼ਿਸ਼ ਕੀਤੀ ਤੇ ਮੋਢਾ ਚੱਕ ਨਹੀਂ ਹੋਇਆ, ਉਹ ਫਰੋਜ਼ਨ ਸ਼ੋਲਡਰ ਹੋ ਜਾਂਦਾ ਆ। ਦੂਜਾ ਕੀ ਹੁੰਦਾ ਆ, ਡਾਇਬਟਿਕ। ਜਿਹੜਾ ਪੇਸ਼ੈਂਟ ਕੋਈ ਡਾਇਬਟਿਕ ਆ, ਉਹ ਸ਼ੂਗਰ ਹੋਣ ਦੇ ਨਾਲ ਉਹਦੇ ਜਿਹੜੇ ਜੋੜ ਹੁੰਦੇ ਆ, ਠੀਕ ਹੈ, ਜਿੱਦਾਂ ਆਹ ਆਪਣਾ ਮੋਢਾ ਆ, ਆਹ ਮੋਢੇ ਦੇ ਜੋੜ ਦੇ ਵਿੱਚ, ਜਾਂ ਆਹ ਤੁਹਾਡਾ ਸਕੈਪੂਲਾ ਆ, ਪਿਛਲਾ ਜਿਹੜਾ ਫਰਾ ਹੁੰਦਾ ਆ, ਇਹ ਸਪਾਈਨ ਦੇ ਨਾਲ ਇੱਦਾਂ ਲੱਗਾ, ਇੱਦਾਂ ਜੁਆਇੰਟ ਹੁੰਦਾ, ਇੱਦਾਂ ਹੁੰਦਾ ਹੈ, ਠੀਕ ਹੈ। ਇਹ ਸਕੈਪੂਲੋਥਰੈਸਿਕ ਜੁਆਇੰਟ ਹੁੰਦਾ ਹੈ ਆਪਣਾ, ਠੀਕ ਹੈ। ਜਾਂ ਇਹਦੇ ਵਿੱਚ ਜਾਂ ਇਸ ਜੋੜ ਦੇ ਵਿੱਚ ਗੱਠਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਆ, ਅਤੇ ਉਹਦੇ ਕਰਕੇ ਜਿਹੜੀ ਮੋਢੇ ਦੀ ਮੂਵਮੈਂਟ ਆ ਉਹ ਘੱਟ ਜਾਂਦੀ ਆ। ਅਤੇ ਇਹਦੇ ਵਿੱਚ ਫਿਜ਼ੀਓਥੈਰੇਪੀ ਦਾ ਬਹੁਤ ਹੀ ਵੱਡਾ ਰੋਲ ਆ ਕਿ ਆਪਾਂ ਕਿੱਦਾਂ ਇਸ ਐਡੀਸ਼ਨਸ ਨੂੰ, ਠੀਕ ਹੈ, ਟਰੀਟ ਕਰਨਾ, ਉਹਨੂੰ ਬ੍ਰੇਕ ਡਾਊਨ ਕਰਨਾ, ਜੋ ਮੋਢੇ ਦੀ ਜਿਹੜੀ ਮੂਵਮੈਂਟ ਆ ਉਹਨੂੰ ਮੋਬਲਾਈਜ਼ ਕਰਨਾ, ਉਹਨੂੰ ਗਲਾਈਡਸ ਦੇ ਕੇ ਉਹਦਾ ਪ੍ਰੋਪਰ ਟਰੀਟਮੈਂਟ ਕਰਕੇ ਫਿਜ਼ੀਓਥੈਰੇਪੀ ਰਾਹੀਂ ਅਸੀਂ ਜਿਹੜਾ ਫਰੋਜ਼ਨ ਸ਼ੋਲਡਰ ਆ ਉਹਨੂੰ ਟਰੀਟ ਕੀਤਾ ਜਾਂਦਾ ਹੈ। ਅਤੇ ਤੀਸਰਾ ਰੀਜ਼ਨ ਹੈਗਾ ਡੀਜਨਰੇਸ਼ਨ।
ਡੀਜਨਰੇਸ਼ਨ ਹੈਗੀ ਆ ਕਿ ਉਮਰ ਦੇ ਵਧਣ ਦੇ ਨਾਲ ਤੁਹਾਡੀ ਜਿਹੜੀਆਂ ਹੱਡੀਆਂ ਘਸਣੀਆਂ ਸ਼ੁਰੂ ਹੋ ਜਾਂਦੀਆਂ, ਮੂਵਮੈਂਟਸ ਘੱਟ ਜਾਂਦੀਆਂ ਆ, ਤੇ ਉਹ ਸਾਰੀਆਂ ਚੀਜ਼ਾਂ ਦਾ ਇਲਾਜ ਅਸੀਂ ਫਿਜ਼ੀਓਥੈਰੇਪੀ ਟੈਕਨੀਕ ਦਾ ਹੀ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਕ ਬੜਾ ਮੈਨੂੰ ਲੱਗਦਾ ਕਿ ਇੰਪੋਰਟੈਂਟ ਸਵਾਲ ਹੈ ਕਿ ਜਦੋਂ ਅਸੀਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ, ਜਦੋਂ ਬਾਂਹ ਅਕਸਰ ਕਹਿੰਦੇ ਕਿ ਟੁੱਟ ਗਈ ਹੈ ਜਾਂ ਗੋਡਾ ਜਿਹੜਾ ਟੁੱਟ ਗਿਆ ਵਾ ਜਾਂ ਮੋਢਾ ਟੁੱਟ ਗਿਆ, ਉਹਦੇ ਵਾਸਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਸਾਨੂੰ 40 ਦਿਨ ਜਾਂ 45 ਦਿਨ ਜਾਂ ਮਹੀਨਾ ਉਹਨੂੰ ਬੰਨ੍ਹ ਕੇ ਰੱਖਣਾ ਪੈਂਦਾ, ਉਸ ਤੋਂ ਬਾਅਦ ਸਾਡੇ ਉਸ ਮੋਢੇ ਦੇ ਵਾਸਤੇ ਜਾਂ ਗੋਡੇ ਦੇ ਵਾਸਤੇ ਫਿਜ਼ੀਓਥੈਰੇਪੀ ਜਿਹੜੀ ਹੈ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੈ? ਕਿਸੇ ਵੀ ਜੋੜ ਦੇ ਆਪਰੇਸ਼ਨ ਤੋਂ ਬਾਅਦ, ਚਾਹੇ ਕੋਈ ਵੀ ਜੋੜ ਆ ਬਾਡੀ ਦਾ, ਉਸ ਤੋਂ ਬਾਅਦ ਫਿਜ਼ੀਓਥੈਰੇਪੀ ਇੰਨੀ ਜ਼ਿਆਦਾ ਜ਼ਰੂਰੀ ਆ ਜਿੰਨੀ ਆਪਰੇਸ਼ਨ ਜ਼ਰੂਰੀ ਆ। ਆਪਰੇਸ਼ਨ ਨੇ ਕੀ ਕਰਨਾ, ਆਪਰੇਟ ਕਰਕੇ ਸਰਜਨ ਨੇ ਤੁਹਾਨੂੰ ਉਸ ਚੀਜ਼ ਨੂੰ ਐਡਜਸਟ ਕਰ ਦਿੱਤਾ, ਪਰ ਉਹਨੂੰ ਜਿਹੜੀ ਮੂਵਮੈਂਟ ਦੇਣੀ ਆ, ਉਹਨੂੰ ਰੀਹੈਬਿਲਿਟ ਕਰਨਾ ਆ, ਆਪਣੀ ਪੂਰੀ ਮੂਵਮੈਂਟ ਤੱਕ ਲੈ ਕੇ ਜਾਣਾ। ਫਿਜ਼ੀਓਥੈਰੇਪਿਸਟ ਤੋਂ ਬਖੂਬੀ ਕੰਮ ਕੋਈ ਹੋਰ ਨਹੀਂ ਕਰ ਸਕਦਾ। ਜਦੋਂ ਵੀ ਤੁਹਾਡੀ ਕਿਸੇ ਵੀ ਸਰਜਰੀ ਹੁੰਦੀ ਆ, ਉਸ ਤੋਂ ਬਾਅਦ ਫਿਜ਼ੀਓਥੈਰੇਪਿਸਟ ਦੇ ਨਾਲ ਕੰਸਲਟ ਕਰੇ, ਕਿਸੇ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਦੇ ਨਾਲ ਕੰਸਲਟ ਕਰਕੇ ਆਪਣੇ ਜਿਹੜੇ ਪ੍ਰੋਬਲਮ ਹੈਗੀ ਆ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਅਤੇ ਉਹਦੇ ਨਾਲ ਹੀ ਤੁਹਾਡੀ ਜਿਹੜੀ ਪ੍ਰੋਬਲਮ ਦਾ ਕਾਫੀ ਹੱਦ ਤੱਕ ਰਿਲੀਫ ਮਿਲਿਆ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਫਰੋਜ਼ਨ ਸ਼ੋਲਡਰ ਦੇ ਵਿੱਚ ਅਸੀਂ ਕੀ ਪ੍ਰੋਸੈਸ ਯੂਜ਼ ਕਰਦੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਜਿਹੜਾ ਟਾਰਗੇਟ ਹੁੰਦਾ ਆ ਕਿ ਜਿਹੜੀ ਰੇਂਜ ਆਫ ਮੋਸ਼ਨ ਆ ਮੋਢੇ ਦੀ, ਉਹ ਲਿਆਈ ਜਾਵੇ। ਜਿਹੜੇ ਸ਼ੋਲਡਰ ਜੁਆਇੰਟ ਆ ਜਾਂ ਸ਼ੋਲਡਰ ਦੇ ਆਲੇ ਦੁਆਲੇ ਵਾਲੇ ਜੁਆਇੰਟ ਆ, ਜਿੱਦਾਂ ਗਲੀਨੋਹਿਮਰਲ ਜੁਆਇੰਟ ਹੈ, ਇੱਕ ਆਹ ਸ਼ੋਲਡਰ ਦਾ ਮੇਨ ਜੁਆਇੰਟ ਆ, ਇਹਨੂੰ ਗਲੀਨੋਹਿਮਰਲ ਜੁਆਇੰਟ ਕਹਿੰਦੇ ਆ, ਠੀਕ ਹੈ। ਇੱਥੇ ਇੱਕ ਸਕੈਪੂਲੋਥੋਰੈਸਿਕ ਜੁਆਇੰਟ ਹੁੰਦਾ ਆ, ਠੀਕ ਹੈ, ਇਹਦੀ ਵੀ ਮੂਵਮੈਂਟ ਦੇਣੀ ਹੁੰਦੀ, ਨਾਲ ਇਹਦੀ ਵੀ ਮੂਵਮੈਂਟ ਹੁੰਦੀ ਆ। ਇਹ ਕਲੈਵੀਕਲ ਬੋਨ ਆ, ਐਕ੍ਰੇਮੀਓ ਕਲੈਵੀਕਲ ਜੁਆਇੰਟ ਆ, ਜਿਹੜੇ ਆਲੇ ਦੁਆਲੇ ਦੇ ਜੁਆਇੰਟ ਹੈ, ਇਹਨਾਂ ਨੂੰ ਵੀ ਆਪਾਂ ਹੌਲੀ ਹੌਲੀ ਮੋਬਿਲਾਈਜ਼ ਕਰਕੇ ਅਤੇ ਜਿਹੜੀ ਮੋਢੇ ਦੀ ਰੇਂਜ ਆ ਉਹਨੂੰ ਵਧਾਉਂਦੇ ਆ। ਅਤੇ ਇਸ ਤੋਂ ਬਾਅਦ ਆਪਾਂ ਹੌਟ ਫਰਮੈਂਟੇਸ਼ਨ ਕਰਦੇ ਹਾਂ। ਹੌਟ ਫਰਮੈਂਟੇਸ਼ਨ ਦੇ ਵਿੱਚ ਆਪਾਂ ਮੋਢੇ ਨੂੰ ਰਿਲੈਕਸ ਕਰਦੇ ਹਾਂ। ਰਿਲੈਕਸ ਕਰਨ ਤੋਂ ਬਾਅਦ ਆਹ ਗਲਾਈਡਸ ਦੇ ਕੇ ਸ਼ੋਲਡਰ ਦੀਆਂ, ਫਿਰ ਸਾਡੀਆਂ ਕੁਛ ਮੋਡੈਲਿਟੀਜ਼ ਹੁੰਦੀਆਂ ਆ ਜਿਹਦੇ ਵਿੱਚ ਆਪਾਂ ਟੈਂਸ ਜਾਂ IFT ਜਾਂ ਅਲਟਰਾਸਾਊਂਡ ਵਗੈਰਾ ਇੱਥੇ ਲਗਾਈ ਦੀ, ਜਿਹੜੀ ਹੀਲਿੰਗ ਹੋ ਜਾਵੇ, ਜਿਹੜਾ ਕੈਪਸੂਲ ਆ ਉਹ 'ਚ ਇਨਫਲਾਮੇਸ਼ਨ ਘੱਟ ਜਾਵੇ। ਫਿਰ ਕੁਛ ਪੇਸ਼ੈਂਟ ਨੂੰ ਐਕਸਰਸਾਈਜ਼ਾਂ ਦੱਸੀਆਂ ਜਾਂਦੀਆਂ ਆ ਕਿ ਜਿਹਦੇ ਨਾਲ ਉਹ ਕਰਕੇ ਆਪਣੇ ਜਿਹੜੇ ਮੂਵਮੈਂਟਸ ਨੂੰ ਮੇਨਟੇਨ ਰੱਖੇ ਅਤੇ ਆਪਣੇ ਸ਼ੋਲਡਰ ਦੀ ਮੂਵਮੈਂਟ ਨੂੰ ਵਧਾ ਸਕੇ। ਅੱਛਾ ਡਾਕਟਰ ਸਾਹਿਬ, ਆਪਾਂ ਇਲਾਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਗੋਡੇ ਅਤੇ ਮੋਢੇ ਦੇ ਖਾਸ ਤੌਰ ਦੇ ਉੱਤੇ, ਇਲਾਜ ਜਿਹੜਾ ਹੈ ਕਿਵੇਂ, ਕਿੰਨਾ ਸਮਾਂ ਲੱਗਦਾ ਅਤੇ ਕੀ ਇਹਦੇ ਨਾਲ ਕੁਛ ਦਵਾਈਆਂ ਵੀ ਤੁਸੀਂ ਦੱਸਦੇ ਹੋ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਨੂੰ? ਇਹ ਪੇਸ਼ੈਂਟ ਦੀ ਸੀਵੀਅਰਿਟੀ 'ਤੇ ਡਿਪੈਂਡ ਕਰਦਾ ਕਿ ਉਹਦੇ ਕਿੰਨੀ ਕੁ ਸੀਵੀਅਰ ਪ੍ਰੋਬਲਮ। ਜਿੰਨੀ ਪ੍ਰੋਬਲਮ ਜ਼ਿਆਦਾ ਹੋਊਗੀ ਉਹਨਾਂ ਨੂੰ ਟਾਈਮ ਜ਼ਿਆਦਾ ਲੱਗੂਗਾ। ਜਿੰਨੀ ਜਲਦੀ ਆਪਾਂ ਪ੍ਰੋਬਲਮ ਨੂੰ ਫੜ ਲਈਏ ਉਨੀ ਜਲਦੀ ਉਸ ਪੇਸ਼ੈਂਟ ਨੂੰ ਇਜਾਜ਼ਤ ਮਿਲ ਜਾਂਦਾ ਆ। ਅਤੇ ਜਦੋਂ ਮੋਸਟ ਪ੍ਰੋਬਲੀ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਫਰੋਜ਼ਨ ਸ਼ੋਲਡਰ ਵਗੈਰਾ, ਬਿਨਾਂ ਦਵਾਈ ਤੋਂ ਠੀਕ ਹੋ ਜਾਂਦੀਆਂ ਨੇ। ਇਹਦੇ ਵਿੱਚ ਦਵਾਈ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ, ਪਰ ਹਾਂ ਜੇ ਕਿਤੇ ਇਨਫਲਾਮੇਸ਼ਨ ਬਹੁਤ ਜ਼ਿਆਦਾ ਹੋ ਜਾਵੇ ਅਤੇ ਫਿਜ਼ੀਓਥੈਰੇਪੀ ਦੇ ਨਾਲ ਆਰਾਮ ਘੱਟ ਆਵੇ, ਫਿਰ ਅਸੀਂ ਪੇਸ਼ੈਂਟ ਨੂੰ ਆਰਥੋਪੈਡਿਸ਼ਨ ਦੇ ਨਾਲ ਸਲਾਹ ਕਰਨ ਲਈ ਕਹੀਦੀ ਹੈ ਕਿ ਜੇ ਤੁਹਾਡੀ ਮੈਡੀਸਨ ਜਿਹੜੀ ਅੱਗੇ ਕੰਟੀਨਿਊ ਕਰ ਸਕੇ, ਪਰ ਮੈਡੀਸਨ ਦੇ ਨਾਲ ਫਿਜ਼ੀਓਥੈਰੇਪੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਅਸੀਂ ਪਰਹੇਜ਼ ਦੀ ਗੱਲ ਕਰਦੇ ਹਾਂ, ਕਿਹੜੀਆਂ ਚੀਜ਼ਾਂ ਨੇ ਜਿਹੜੇ ਖਾਣ ਦੀ ਗੱਲ ਕਰਦੇ ਹਾਂ ਉਹ, ਔਰ ਉਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਐਕਸਰਸਾਈਜ਼ ਦੀ, ਕਿਉਂਕਿ ਜਦੋਂ ਅਸੀਂ ਕਿਸੇ ਗੋਡੇ ਦਾ ਆਪਰੇਸ਼ਨ ਕੋਈ ਕਰਵਾਉਂਦਾ ਪੇਸ਼ੈਂਟ, ਤਾਂ ਉਹਨੂੰ ਕਹਿੰਦੇ ਕਿ 6 ਮਹੀਨੇ ਤੁਸੀਂ ਨਾ ਤਾਂ ਪੌੜੀਆਂ ਚੜ੍ਹਨੀਆਂ ਨੇ, ਨਾ ਬਹੁਤਾ ਜ਼ਿਆਦਾ ਤੁਰਨਾ ਵਾ। ਉਹ ਮਤਲਬ ਕਿੱਥੋਂ ਤੱਕ ਵਾਜਿਬ ਹੈ ਕਿ ਇਹ ਵਾਕਈ ਸਹੀ ਹੈ ਕਿ ਜੇਕਰ ਅਸੀਂ ਗੋਡੇ ਦਾ ਆਪਰੇਸ਼ਨ ਕਰਵਾਉਂਦੇ ਹਾਂ ਤਾਂ 6 ਮਹੀਨੇ ਤੱਕ ਅਸੀਂ ਪੌੜੀਆਂ ਹੀ ਨਹੀਂ ਚੜ੍ਹਨੀਆਂ? ਨਹੀਂ, ਇਹ ਗੱਲ ਬਿਲਕੁਲ ਗਲਤ ਹੈ ਜੀ। ਜਿੱਦਣ ਆਪਰੇਸ਼ਨ ਹੋ ਗਿਆ ਪੇਸ਼ੈਂਟ ਦਾ, ਉਸ ਤੋਂ ਵੈਰੀ ਫਸਟ ਜਾਂ ਸੈਕਿੰਡ ਡੇ ਅਸੀਂ ਪੇਸ਼ੈਂਟ ਨੂੰ ਖੜ੍ਹਾ ਕਰ ਦਈਦਾ, ਠੀਕ ਹੈ। ਪਹਿਲੇ 9 ਦਿਨ ਉਹਦੇ ਸੂਚਸ ਲੱਗੇ ਹੁੰਦੇ ਆ, ਆਪਾਂ ਜਿਹੜੀ ਗੋਡੇ ਦੀ ਮੂਵਮੈਂਟ ਥੋੜ੍ਹੀ ਘੱਟ ਕਰਵਾਈ ਦੀ ਆ। ਜਦੋਂ ਸੂਚਸ ਰਿਮੂਵ ਹੋ ਜਾਂਦੇ ਉਸ ਤੋਂ ਬਾਅਦ ਆਪਾਂ ਗੋਡੇ ਦੀ ਪੂਰੀ ਮੂਵਮੈਂਟ ਦੇਣੀ ਸ਼ੁਰੂ ਕਰ ਦਿੰਦੇ ਹਾਂ, ਅਤੇ 15 ਦਿਨ ਬਾਅਦ ਹੀ ਅਸੀਂ ਮਰੀਜ਼ ਨੂੰ ਪੌੜੀਆਂ ਚੜ੍ਹਾਉਣਾ ਸਿਖਾ ਦੇਈਦੀਆਂ ਨੇ ਕਿ ਪੌੜੀਆਂ ਕਿੱਦਾਂ ਚੜ੍ਹਨੀਆਂ ਨੇ, ਠੀਕ ਹੈ। ਹੌਲੀ ਹੌਲੀ ਪੇਸ਼ੈਂਟ ਆਪਣੇ ਜਿਹੜੇ ਰੋਜ਼ਮਰਰਾ ਜ਼ਿੰਦਗੀ ਦੇ ਕੰਮ ਕਰਨ ਲੱਗ ਪੈਂਦਾ। ਪਰ ਪ੍ਰੀਕਾਸ਼ਨਸ ਜਿਹੜੀਆਂ ਉਹ ਜ਼ਰੂਰੀ ਆ। ਇੱਕ ਤਾਂ ਚੌਂਕੜੀ ਨਹੀਂ ਮਾਰਨੀ, ਦੂਜਾ ਪੈਰਾਂ ਭਾਰ ਨਹੀਂ ਬੈਠਣਾ। ਇਹ ਆਪਰੇਸ਼ਨ ਹੋਣ ਤੋਂ ਪਹਿਲਾਂ ਵੀ ਅਤੇ ਆਪਰੇਸ਼ਨ ਹੋਣ ਤੋਂ ਬਾਅਦ ਵੀ, ਠੀਕ ਹੈ। ਇਹ 2 ਪਰਹੇਜ਼ ਨੇ ਗੋਡੇ ਦੇ ਜਿਹੜੇ ਤੁਸੀਂ ਰੱਖਣੇ ਆ। ਬਾਕੀ ਐਕਸਰਸਾਈਜ਼ ਆ, ਗੋਡੇ ਦੀ ਐਕਸਰਸਾਈਜ਼ ਜਿਹੜੀ ਫਿਜ਼ੀਓਥੈਰੇਪਿਸਟ ਪ੍ਰਸਕ੍ਰਾਈਬ ਕਰਦਾ ਆ, ਉਹ ਐਕਸਰਸਾਈਜ਼ ਪ੍ਰੋਪਰ ਕਰੋ ਅਤੇ ਤੁਹਾਡੇ ਗੋਡੇ ਦੀ ਪ੍ਰੋਬਲਮ ਕਦੇ ਹੋ ਹੀ ਨਹੀਂ ਸਕਦੀ। ਅਤੇ ਮੋਢੇ ਦੇ ਵਿੱਚ ਵੀ ਉਹੀ ਚੀਜ਼ ਆ ਕਿ ਮੋਢੇ ਦੀ ਪ੍ਰੋਪਰ ਐਕਸਰਸਾਈਜ਼ ਕਰੋ। ਜਿੰਨਾ ਚਿਰ ਥੈਰੇਪਿਸਟ ਕਹਿੰਦੇ ਆ ਉਹਨਾਂ ਕੋਲ ਵਿਜ਼ਿਟ ਕਰੋ। ਆਪਣੀ ਮਰਜ਼ੀ ਦੇ ਨਾਲ ਡਾਕਟਰ ਕੋਲ ਜਾਣਾ ਬੰਦ ਨਾ ਕਰੋ। ਜਦੋਂ ਫਿਜ਼ੀਓਥੈਰੇਪਿਸਟ ਤੁਹਾਨੂੰ ਕਹਿੰਦੇ ਆ ਕਿ ਹੁਣ ਤੁਹਾਡਾ ਇਲਾਜ ਪੂਰਾ ਹੋ ਚੁੱਕਾ ਆ, ਫਿਰ ਹੀ ਆਪਣਾ ਇਲਾਜ ਬੰਦ ਕਰਵਾਓ ਜੀ। ਇਹਦੇ ਨਾਲ ਜਿਹੜੀਆਂ ਦਵਾਈਆਂ ਨੇ ਖਾਸ ਤੌਰ 'ਤੇ ਮੋਢੇ ਅਤੇ ਗੋਡੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹਦੇ ਨਾਲ ਦਵਾਈਆਂ ਕਿੰਨੀਆਂ ਕੁ ਜ਼ਿਆਦਾ ਜਿਹੜੀਆਂ ਖਾਧੀਆਂ ਜਾਂਦੀਆਂ ਨੇ ਜਾਂ ਮੈਂ ਕਹਾਂ ਕਿ ਖਾਣੀਆਂ ਚਾਹੀਦੀਆਂ ਨੇ? ਆਮ ਤੌਰ 'ਤੇ ਘਰਾਂ 'ਚ ਸਾਡੇ ਦਰਦ ਹੋਏ ਗੋਡੇ ਦੇ ਵਿੱਚ, ਤਾਂ ਅਸੀਂ ਇੱਕ ਪੇਨ ਕਿਲਰ ਖਾ ਲਈ,
ਲੰਬੇ ਸਮੇਂ ਲਈ ਪੇਨ ਕਿਲਰ ਖਾਣਾ ਸਭ ਨੂੰ ਪਤਾ ਕਿ ਹਾਨੀਕਾਰਕ ਹੈ, ਤੁਹਾਡੇ ਇਹਨਾਂ ਲਿਵਰ ਤੇ ਤੁਹਾਡੀ ਕਿਡਨੀਜ਼ ਤੇ ਬਹੁਤ ਬੁਰਾ ਅਸਰ ਪੈਂਦਾ ਆ। ਇਹ ਦਵਾਈ ਦੇ ਸਾਈਡ ਇਫੈਕਟਸ ਤੋਂ ਬਚਣ ਲਈ ਹੀ ਅਸੀਂ ਜਿਹੜੀ ਫਿਜ਼ੀਓਥੈਰੇਪੀ ਜਿਹੜੀ ਟੈਕਨੀਕ ਬਣੀ ਗਈ ਆ, ਫਿਜ਼ੀਓਥੈਰੇਪੀ ਨੂੰ ਇੰਪੋਰਟੈਂਸ ਦਿਓ ਤੇ ਤੁਹਾਡੀ ਜਿਹੜੀ ਕੋਈ ਵੀ ਪ੍ਰੋਬਲਮ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਫਿਜ਼ੀਓਥੈਰੇਪੀ ਦਾ ਕੋਈ ਸਾਈਡ ਇਫੈਕਟ ਨਹੀਂ, ਬਿਨਾਂ ਸਾਈਡ ਇਫੈਕਟ ਤੋਂ ਤੁਸੀਂ ਆਪਣਾ ਜਿਹੜਾ ਇਲਾਜ ਕਰਵਾ ਸਕਦੇ ਆ ਤੇ ਕਿਸੇ ਤਰ੍ਹਾਂ ਦੀ ਸਰੀਰ ਨੂੰ ਹੋਰ ਕੋਈ ਪ੍ਰੋਬਲਮ ਨਹੀਂ ਆਊਗੀ, ਤੁਹਾਨੂੰ ਸਗੋਂ ਦੇ ਬੈਨੀਫਿਟ ਹੀ ਨੇ ਜੀ। ਹਾਂ, ਜਿੱਥੇ ਜ਼ਰੂਰਤ ਹੈ ਮੈਡੀਸਨ ਦੀ ਉੱਥੇ ਮੈਡੀਸਨ ਲੈਣੀ ਵੀ ਚਾਹੀਦੀ ਆ, ਪਰ ਜਿੰਨੇ ਵੀ ਹੱਡੀਆਂ ਤੇ ਜੋੜਾਂ ਦੀਆਂ ਦਰਦਾਂ ਹੁੰਦੀਆਂ ਆ ਉਹ ਜ਼ਿਆਦਾਤਰ ਫਿਜ਼ੀਓਥੈਰੇਪੀ ਦੇ ਨਾਲ 100 ਚੋਂ 90% ਠੀਕ ਹੋ ਜਾਂਦੀਆਂ ਨੇ, ਉਹਨਾਂ ਨੂੰ ਦਵਾਈ ਦੀ ਲੈਣ ਦੀ ਲੋੜ ਨਹੀਂ ਹੁੰਦੀ। ਸੋ ਬਹੁਤ ਚੰਗਾ ਲੱਗਾ, ਤੁਸੀਂ ਬਹੁਤ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਹੋ ਚੁੱਕੀ ਹੈ ਲੋਕਾਂ ਦੇ ਵਿੱਚ, ਖਾਸ ਤੌਰ ਤੇ ਮੋਢੇ ਤੇ ਗੋਡੇ ਦੀ ਦਰਦ। ਸੋ ਇਹ ਜਾਣਕਾਰੀ ਸਾਨੂੰ ਦੇਣ ਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੀ। ਥੈਂਕ ਯੂ ਜੀ। ठीक है, छाती की तरफ खींचो 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 खींचो, बस इतनी खींचो रही है बस। अब 10 सेकंड आपने रोक के रखनी है यहाँ पे, ठीक है। गिनना 1 2 3 4 5 6 7 8 9 10, बस छोड़। यही सेम इस साइड 1 2 3 4 5 6 7 8 9 10। अब दोनों गोडे इकट्ठे मोड़ने हैं, चलो मोड़ो मोड़ो मोड़ो, छाती की तरफ लेके जाओ। इसमें भी 10 गिनने हैं, 1 2 3 4 5 6 7 8 9 10। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।